जो उपज्यो सो बिनस परो आज कै काल। नानक हर गुण गाए ले छाड़ सगल जंजाल। राणा राउ ना को रहे रंग ना तुंग फकीर। वारी आपो अपनी कोई ना बंदै तीर। कबीर मानस जन्म दुलभ है होए न बारंबार। जो बन फल पाके भोए गिरह बाहुर न लागे डार। ज्यों बन फल पाके भोए गिरह बाहुर ना लागे डार। वाहिगुरु जी का खालसा वाहिगुरु जी की फतेह। कृपा निधान शब्द गुरु दसां ही पातशाहियां दी आत्मिक जोत। गुरता गद्दी ते सुभाए मान चवर छतर तख्तां दे मालक। गुरु गरीब नवाज धन धन साहिब श्री गुरु ग्रंथ साहिब पातशाह जी दे पावन पवित्र हाजूरी दे अंदर जुड़ मिल बैठी गुरु स्वरूप गुरु प्यारी खालसा साध संगत जीओ। अज आपा सारे ही एकत्र हो करके जो गुरु घर दे अनक सेवक भाई साहब भाई कश्मीर सिंह जी उस वाहिगुरु परमात्मा दे वल्लों जितनी सवासां दी पूंजी दे करके संसार दे उपर भेजिया गया सी तितने सवासां नूं भोगदिया होया कुछ दिन पहला मात लोक तो काल चलाना कर गए सन। सो तिन्हां दी रूह आत्मिक शांति दे लई गुरमुख परिवार ने गुरु साहिब जी वालों बख्शिश किए हुए ग्रह वेखे गुरु साहिब जी के मुबारक चरण पवाए। एक श्री अखंड पाठ साहिब आरंभ करवाए सन जिन्हां दे गुरु कृपा दे नाल निर्विघ्नता सहित भोग पाए गए। सो इस वेले महान परोपकारी बाबा लद्दा जी उन्हां दे पावन पवित्र दरबार दे विच इस वेले जो गुरु साहिब जी का हुक्म है साडे वास्ते जो रहत मर्यादा के अनुसार गुरमत मर्यादा के अनुसार कि जदों भी प्राणी चढ़ाई करे ते प्राणी दे चढ़ाई करन तो बाद दे विच आपा सारे एकत्र हो करके बैठिए पावन गुरबाणी का कीर्तन शब्द की विचार अते गुरु चरना दे विच अंतिम अरदास जिहड़ी है वो कीती जावे। धन गुरु अमरदास पातशाह जी दे पड़ोते बाबा सुंदर जी ने जदों धन गुरु अमरदास पातशाह जी इस मात लोक दे विचों जान लगे तां
ਜੋ ਬਚਨ ਸਤਿਗੁਰੂ ਪਾਤਸ਼ਾਹ ਜੀ ਕਹਿ ਕਰਕੇ ਗਏ, ਉਹਨਾਂ ਬਚਨਾਂ ਨੂੰ ਬਾਬਾ ਸੁੰਦਰ ਜੀ ਨੇ ਲਿਖਿਆ ਅਤੇ ਉਹ ਬਚਨ ਜਿਹੜੇ ਸਨ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਅੰਦਰ ਇਹ ਬਾਣੀ ਜਿਹੜੀ ਹੈ ਉਹ ਅੰਕਿਤ ਕੀਤੀ ਹੈ। ਜੋ ਆਪਾਂ ਪਾਵਨ ਬਾਣੀ ਰਾਮਕਲੀ ਸੱਦ, ਰਾਮਕਲੀ ਰਾਗ ਦੇ ਅੰਦਰ ਆਪਾਂ ਪੜ੍ਹਦੇ ਹਾਂ। ਜਦੋਂ ਰਾਮਕਲੀ ਸੱਦ ਪੜ੍ਹਿਆ ਜਾਂਦਾ ਹੈ ਤੇ ਆਪਾਂ ਇਹ ਵਚਨ ਸਰਵਣ ਕੀਤੇ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਹੁਕਮ ਕੀਤਾ ਕਿ ਅਸੀਂ ਉਸ ਵਾਹਿਗੁਰੂ ਪਰਮਾਤਮਾ ਦੇ ਭੇਜੇ ਹੋਏ ਸੱਦੇ ਦੇ ਅਨੁਸਾਰ ਆਪਣੀ ਜੋਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਦਰ ਟਿਕਾ ਕਰਕੇ ਇਸ ਮਾਤ ਲੋਕ ਤੋਂ ਅਸੀਂ ਹੁਣ ਚਾਲਾ ਮਾਰ ਜਾਣਾ ਹੈ। ਸਾਰਾ ਪਰਿਵਾਰ, ਸਿੱਖ ਸੇਵਕ, ਭਾਈ, ਪੁੱਤ, ਭਤੀਜੇ ਜਿਹੜੇ ਸਾਨੂੰ ਸਤਿਗੁਰਾਂ ਨੇ ਆਪਣੇ ਪਾਸ ਬੁਲਾ ਲਏ ਤੇ ਪਾਸ ਬੁਲਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਭਾਈ ਸਾਡਾ ਜਾਣ ਦਾ ਸਮਾਂ ਆ ਗਿਆ ਤੇ ਸਾਡੇ ਜਾਣ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਡੇ ਜਾਣ ਤੋਂ ਬਾਅਦ ਜਿਹੜਾ ਰੋਵੇਗਾ ਨਾ, ਸਮਝ ਲੈਣਾ ਕਿ ਉਹ ਚੰਗੀ ਗੱਲ ਨਹੀਂ, ਉਹ ਸਾਨੂੰ ਭਾਵੇਗਾ ਨਹੀਂ। ਫਿਰ ਸਿੱਖਾਂ ਨੇ ਗੁਰੂ ਚਰਨਾਂ ਵਿੱਚ ਹੱਥ ਜੋੜ ਕਰਕੇ ਬੇਨਤੀ ਕੀਤੀ, ਫਿਰ ਸਤਿਗੁਰੂ ਕੀ ਕਰੀਏ? ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਾਵਨ ਬਚਨ ਅੰਕਿਤ ਕੀਤੇ, ਕਹਿਣ ਲੱਗੇ ਅੰਤੇ ਸਤਿਗੁਰੂ ਬੋਲਿਆ, ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਸਤਿਗੁਰੂ ਕਹਿਣ ਲੱਗੇ ਇਲਾਹੀ ਗੁਰਬਾਣੀ ਦਾ ਕੀਰਤਨ ਕਰਿਓ, ਨਾਲ ਦੇ ਨਾਲ ਗੁਰੂ ਕੇ ਸਿੱਖ ਪ੍ਰਚਾਰਕ ਕਥਾਵਾਚਕ ਬੁਲਾ ਕਰਕੇ ਗੁਰੂ ਕੀ ਗੁਰਬਾਣੀ ਸ਼ਬਦ ਦੀ ਵਿਚਾਰ ਕੀਤੀ ਜਾਵੇ। ਸਤਿਗੁਰੂ ਇਹਦਾ ਭਾਵ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਕਿਉਂਕਿ ਜਿਹੜਾ ਸੱਜਣ ਸਾਡੇ ਕੋਲੋਂ ਜਾ ਚੁੱਕਾ ਹੈ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉੱਥੇ ਕੇਵਲ ਗੁਰਬਾਣੀ ਜਾਂ ਸਾਡੇ ਵੱਲੋਂ ਕੀਤੀ ਹੋਈ ਅਰਦਾਸ ਬੇਨਤੀ ਪਹੁੰਚ ਸਕਦੀ ਹੈ। ਇਹ ਜਿਹੜਾ ਆਪਾਂ ਪੁਰਾਣੀ ਚੜ੍ਹਾਈ ਕਰਨ ਤੋਂ ਬਾਅਦ ਇਹ ਅੰਤਮ ਅਰਦਾਸ ਕਰਦੇ ਆ ਨਾ, ਇਹ ਕੋਈ ਛੋਟੀ ਗੱਲ ਨਹੀਂ ਕਿ ਇਕੱਠ ਕਰ ਲਿਆ ਬੈਠ ਕਰਕੇ ਆਪਾਂ। ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਭਾਈ ਅੰਤਮ ਅਰਦਾਸ ਤੇ ਸਾਰੀਆਂ ਸੰਗਤਾਂ ਨੇ ਅੰਦਰ ਤੋਂ ਜੁੜ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ, ਕਿਉਂਕਿ ਸਿੱਖ ਦੀ ਕੀਤੀ ਹੋਈ ਅਰਦਾਸ ਸਤਿਗੁਰੂ ਪਾਤਸ਼ਾਹ ਜੀ ਚਰਨਾਂ ਵਿੱਚ ਪ੍ਰਵਾਨ ਕਰ ਲੈਂਦੇ ਨੇ। ਸਾਰੇ ਮਿਲ ਕਰਕੇ ਅਰਦਾਸ ਕਰਿਓ ਕਿ ਸਤਿਗੁਰੂ ਜੋ ਪੁਰਾਣੀ ਚੜ੍ਹਾਈ ਕਰ ਚੁੱਕਾ ਹੈ ਨਾ, ਉਹਨੇ ਅਨੇਕਾਂ ਗੁਨਾਹ ਕੀਤੇ ਨੇ ਸੰਸਾਰ ਵਿੱਚ ਰਹਿੰਦਿਆਂ ਹੋਇਆ, ਕਿਉਂਕਿ ਅਸੀਂ ਤਾਂ ਹੈ ਹੀ ਭੁੱਲਣਹਾਰ ਹਾਰ। ਜਿੱਥੇ ਸਤਿਗੁਰਾਂ ਨੇ ਪਾਵਨ ਸ਼ਬਦ ਵਰਤੇ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਸਮੁੰਦਰ ਦੇ ਅੰਦਰ ਕਿਤਨਾ ਕੁ ਪਾਣੀ ਹੈ, ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਪੈਰ ਪੈਰ ਦੇ ਉੱਪਰ ਇੰਨੇ ਗੁਨਾਹ ਕਰਦੇ ਹਾਂ ਕਿ ਸਤਿਗੁਰੂ ਜੇ ਇਹਦਾ ਆਪਾਂ ਗਿਣਤੀ ਮਿਣਤੀ ਵਿੱਚ ਪੈ ਗਏ ਨਾ, ਫਿਰ ਸਾਡੇ ਕੋਲੋਂ ਇਸ ਭਵਜਲ ਸੰਸਾਰ ਤੋਂ ਤਰਿਆ ਨਹੀਂ ਜਾਣਾ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ। ਹਾਂ ਇੱਕ ਗੱਲ ਹੈ ਕਿ ਜੇ ਤੁਸੀਂ ਕਿਰਪਾ ਕਰਦੇ ਹੋ, ਤੁਹਾਡੀ ਰਹਿਮਤ ਹੋ ਜਾਵੇ ਤੇ ਸਤਿਗੁਰੂ ਤੁਸੀਂ ਡੁੱਬਦਿਆਂ ਹੋਇਆਂ ਨੂੰ ਤਾਰ ਦਿੰਦੇ ਹੋ, ਕਿਉਂਕਿ ਇਹ ਪਾਵਨ ਗੁਰਬਾਣੀ ਦਾ ਫੈਸਲਾ ਹੈ। ਜਿਸ ਕੇ ਪੁੱਜੇ ਔਦ ਤਿਸੈ ਕੌਣ ਰਾਖਈ,
ਜਿਹਦਾ ਸਮਾਂ ਆ ਗਿਆ ਨਾ ਉਹਨੂੰ ਕੋਈ ਰੱਖ ਨਹੀਂ ਸਕਦਾ। ਭਾਵੇਂ ਉਹਨੂੰ ਆਪਾਂ ਬਚਾਉਣ ਦੇ ਅਨੇਕਾਂ ਯਤਨ ਕਰ ਲਈਏ, ਆਪਣੀਆਂ ਅੱਖਾਂ ਦੇ ਸਾਹਮਣੇ ਹੈ ਸੰਸਾਰ ਦੇ ਵਿੱਚ। ਕਈ ਵਾਰੀ ਆਪਾਂ ਕਹਿੰਦੇ ਇਹ ਤਾਂ ਇੱਕ ਕੇਵਲ ਬਹਾਨਾ ਹੀ ਬਣਿਆ, ਕੋਈ ਐਡੀ ਵੱਡੀ ਗੱਲ ਤਾਂ ਨਹੀਂ ਸੀ। ਜਿਸ ਤਰ੍ਹਾਂ ਭਾਈ ਕਸ਼ਮੀਰ ਸਿੰਘ ਜੀ ਚੜ੍ਹਾਈ ਕੀਤੇ ਨੇ, ਆਪਾਂ ਸਾਰੇ ਭਲੀ ਪ੍ਰਕਾਰ ਜਾਣਦੇ ਹੋ ਕਿ ਕਿੱਡਾ ਕੁ ਦਰਖਤ ਹੈ ਉਹ, ਪਰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਕੇਵਲ ਇੱਕ ਬਹਾਨਾ ਹੀ ਬਣਿਆ, ਕਿਉਂਕਿ ਉਹਨਾਂ ਦਾ ਸਮਾਂ ਆ ਚੁੱਕਾ ਸੀ ਜਿਸ ਪ੍ਰਕਾਰ ਉਹਨਾਂ ਨੇ ਜਾਣਾ ਸੀ ਇਸ ਧਰਤੀ ਦੇ ਉੱਤੇ। ਗੁਰਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਤਿਗੁਰੂ ਜਿਹਦਾ ਸਮਾਂ ਆ ਗਿਆ ਨਾ ਉਹਨੂੰ ਕੋਈ ਰੱਖ ਨਹੀਂ ਸਕਦਾ, ਤੇ ਜਿਹਨੂੰ ਗੁਰੂ ਰੱਖ ਲਵੇ ਉਹਨੂੰ ਕੋਈ ਤੱਤੀ ਵਾਹ ਵੀ ਨਹੀਂ ਲੱਗ ਸਕਦੀ। ਕਈ ਵਾਰੀ ਆਪਾਂ ਕਿਤੇ ਜਾ ਰਹੇ ਹੋਈਏ ਨਾ ਤੇ ਰਸਤੇ ਦੇ ਵਿੱਚ ਆਪਾਂ ਦੇਖਦੇ ਹਾਂ ਕੋਈ ਵੱਡਾ ਐਕਸੀਡੈਂਟ ਹੋਇਆ ਹੋਵੇ। ਜਦੋਂ ਆਪਾਂ ਉਸ ਗੱਡੀ ਮੋਟਰ ਨੂੰ ਦੇਖਦੇ ਆ ਨਾ ਉਹ ਇਸ ਤਰ੍ਹਾਂ ਚੂਰ ਹੋਈ ਹੁੰਦੀ ਤੇ ਆਪਾਂ ਇੱਕਦਮ ਕਹਿੰਦੇ ਆ ਕਿ ਮੁਸ਼ਕਲ ਹੀ ਆ, ਇਹਦੇ ਅੰਦਰ ਜਿਹੜੇ ਬੈਠੇ ਸਨ ਬਚੇ ਹੋ ਜੇ। ਪਰ ਜੇ ਲਾਗੇ ਬੰਨੇ ਕਿਸੇ ਸੱਜਣ ਨੂੰ ਪੁੱਛੀਏ ਤੇ ਉਹਦੇ ਤੋਂ ਪਤਾ ਲੱਗੇ ਕਿ ਨਹੀਂ ਭਾਈ, ਜਿਹੜੇ ਵਿੱਚ ਬੈਠੇ ਸਨ ਨਾ ਉਹਨਾਂ ਨੂੰ ਮਾਮੂਲੀ ਜਿਹੀਆਂ ਝਰੀਟਾਂ ਆਈਆਂ ਨੇ, ਕੋਈ ਬਹੁਤਾ ਵੱਡਾ ਨੁਕਸਾਨ ਨਹੀਂ ਹੋਇਆ। ਫਿਰ ਆਪਾਂ ਇੱਕਦਮ ਇਹ ਗੱਲ ਸੋਚਣ ਵਾਸਤੇ ਤੇ ਕਹਿਣ ਵਾਸਤੇ ਮਜਬੂਰ ਹੋ ਜਾਂਦੇ ਹਾਂ ਕਿ ਇਹ ਕੁਦਰਤ ਹੈ ਉਸ ਵਾਹਿਗੁਰੂ ਪਰਮਾਤਮਾ ਦੀ। ਜਿਹਨੂੰ ਤੂੰ ਰੱਖ ਲਵੇਂ ਉਹਨੂੰ ਖਤਰਾ ਕੋਈ ਨਹੀਂ ਹੈ, ਜਿਹਦਾ ਸਮਾਂ ਆ ਗਿਆ ਉਹਨੂੰ ਬਚਾ ਕੋਈ ਨਹੀਂ ਸਕਦਾ। ਇਹ ਬਚਨ ਆਪਾਂ ਭਗਤ ਕਬੀਰ ਜੀ ਉਹਨਾਂ ਦੇ ਪਾਸੋਂ ਸਰਵਣ ਕਰਦੇ ਹਾਂ ਤਾਂ ਭਗਤ ਜੀ ਆਖਦੇ ਹਨ, ਕਬੀਰ ਵੈਦ ਕਹੇ ਹਉ ਹੀ ਭਲਾ ਦਾਰੂ ਮੇਰੇ ਵਸ, ਇਹ ਤੋਂ ਬਸਤ ਗੋਪਾਲ ਕੀ ਜਗ ਭਾਵੈ ਲੇਖਸ। ਹੁਣ ਕੰਧਾਂ ਦੇ ਉੱਪਰ ਆਪਾਂ ਇਸ਼ਤਿਹਾਰ ਲੱਗੇ ਦੇਖਦੇ ਹਾਂ ਕਿ ਫਲਾਣਾ ਜਿਹੜਾ ਹਸਪੀਟਲ ਹੈ ਉਹ ਡਾਕਟਰ ਕਹਿੰਦਾ ਮੇਰੀ ਗਰੰਟੀ ਹੈ, ਬੰਦਾ ਇੱਕ ਵਾਰੀ ਮੇਰੇ ਕੋਲ ਪਹੁੰਚ ਜਾਵੇ ਸਹੀ ਮੈਂ ਬੰਦੇ ਨੂੰ ਬਚਾਵਾਂਗਾ। ਗਰੰਟੀ ਲਿਖੀ ਜਾਂਦੀ 100% ਨਹੀਂ। ਗੁਰਬਾਣੀ ਨੂੰ ਪੁੱਛੀਏ ਤੇ ਭਗਤ ਕਬੀਰ ਜੀ ਆਖਦੇ ਹਨ ਇੱਥੇ ਵੱਡੇ ਵੱਡੇ ਵੈਦ, ਵੱਡੇ ਵੱਡੇ ਡਾਕਟਰ ਜਿਹੜੇ ਹਨ ਉਹ ਗਰੰਟੀਆਂ ਦਿੰਦੇ ਨੇ, ਵੈਦ ਕਹੇ ਹਉ ਹੀ ਭਲਾ ਦਾਰੂ ਮੇਰੇ ਵਸ, ਇਹਦਾ ਦਾਰੂ ਜਿਹੜਾ ਹੈ ਇਹਦੀ ਦਵਾਈ ਮੇਰੇ ਕੋਲ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਅਗਲੇ ਬਚਨਾਂ ਦੇ ਵਿੱਚ ਭਗਤਾਂ ਦੀ ਰਸਨਾ ਤੋਂ ਕਹਿੰਦੇ ਹਨ, ਕਹਿਣ ਲੱਗੇ ਜੇ ਤੇ ਇਹਦਾ ਆ ਗਿਆ ਸਮਾਂ ਫਿਰ ਤੇਰਾ ਦਵਾਈ ਦਾਰੂ ਜਿਹੜਾ ਇਹਦੇ ਉੱਪਰ ਕੰਮ ਨਹੀਂ ਕਰਨਾ। ਵੈਦ ਕਹੇ ਹਉ ਹੀ ਭਲਾ ਦਾਰੂ ਮੇਰੇ ਵਸ, ਇਹ ਤੋਂ ਵਸਤ ਗੋਪਾਲ ਕੀ, ਕਿਉਂਕਿ ਇਹ ਤਾਂ ਵਸਤੂ ਹੈ ਪ੍ਰਮਾਤਮਾ ਦੀ। ਅਸੀਂ ਵਾਹਿਗੁਰੂ ਦੇ ਭੇਜੇ ਹੋਏ ਆਏ ਇਸ ਸੰਸਾਰ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਆਏ ਅਸੀਂ। ਪਰ ਖੈਰ ਬੰਦਾ ਇੱਥੇ ਆਉਂਦਾ ਤੇ ਹੁਕਮ ਦੇ ਵਿੱਚ ਹੈ, ਪਰ ਮੁੜ ਕੇ ਇਹ ਤੋਂ ਹੁਕਮ ਦੇ ਵਿੱਚ ਜਾਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ। ਪਰ ਸਤਿਗੁਰੂ ਕਹਿੰਦੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਸਜਣਾ, ਤੂੰ ਹੁਕਮ ਦੇ ਵਿੱਚ ਹੀ ਆਇਆ ਤੇ ਹੁਕਮ ਦੇ ਵਿੱਚ ਹੀ ਜਾਵੇਂਗਾ। ਕਿਉਂਕਿ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੇ ਸੋ ਕੀਜੈ। ਅਸੀਂ ਉਲਾਮਾ ਦਿੰਦੇ ਆ ਨਾ, ਜਦੋਂ ਕੋਈ ਚਲਾ ਜਾਂਦਾ ਹੈ ਮਾੜਾ ਕੀਤਾ ਇਹ ਸਾਡੇ ਨਾਲ, ਬੜਾ ਮਾੜਾ ਹੋਇਆ, ਨਹੀਂ। ਸਤਿਗੁਰੂ ਕਹਿੰਦੇ ਲਾਭਾ ਕਿਸ ਗੱਲ ਦਾ, ਜਿੰਨੇ ਭੇਜਿਆ ਸੀ ਉਹਨੇ ਵਾਪਸ ਬੁਲਾ ਲਿਆ। ਅਸੀਂ ਆਪਣੀ ਜ਼ਮੀਨ ਦੇ ਵਿੱਚ ਖੇਤੀ ਬੀਜਦੇ ਹਾਂ, ਸਾਡੀ ਮਰਜ਼ੀ ਅਸੀਂ ਪੱਕੀ ਵੱਢ ਲਈਏ, ਸਾਡੀ ਮਰਜ਼ੀ ਅਸੀਂ ਕੱਚੀ ਵੱਢ ਲਈਏ, ਸਾਡੀ ਮਰਜ਼ੀ ਅਸੀਂ ਫਸਲ ਉਗਣ ਹੀ ਨਾ ਦਈਏ। ਕਿਉਂ? ਕਿਉਂਕਿ ਅਸੀਂ ਉਸ ਧਰਤੀ ਦੇ ਮਾਲਕ ਹਾਂ। ਉਹਦੇ ਅੰਦਰ ਦੂਸਰਾ ਆਣ ਕਰਕੇ ਆਂਢੀ ਗੁਆਂਢੀ ਜਿਹੜਾ ਉਹ ਦਖਲ ਅੰਦਾਜ਼ੀ ਨਹੀਂ ਦੇ ਸਕਦਾ। ਆਪਣੀ ਜ਼ਮੀਨ ਦੇ ਉੱਪਰ ਸਾਡਾ ਹੀ ਹੁਕਮ ਚੱਲਣਾ ਹੈ। ਅਸੀਂ ਵਾਹ ਲਈਏ, ਬੀਜ ਲਈਏ, ਉਹਨੂੰ ਛੱਡ ਦਈਏ। ਤੇ ਜਦੋਂ ਇੱਧਰ ਨੂੰ ਖਿਆਲ ਮਾਰੀਏ ਤੇ ਸਤਿਗੁਰੂ ਕਹਿੰਦੇ ਭੇਜਿਆ ਕਿੰਨੇ ਸੀ, ਕਿਹਦੀ ਕਿਰਪਾ ਦੇ ਨਾਲ ਇਹ ਜਨਮ ਪ੍ਰਾਪਤ ਹੋਇਆ ਸੀ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਸਤਿਗੁਰੂ ਤੇਰੀ ਕਿਰਪਾ ਦੇ ਨਾਲ ਹੀ ਮਨੁੱਖਾਂ ਦੀ ਪ੍ਰਾਪਤ ਹੋਈ ਹੈ। ਤੇ ਫਿਰ ਸਤਿਗੁਰੂ ਕਹਿੰਦੇ ਤੈਨੂੰ ਭੇਜਿਆ ਕਾਹਦੇ ਵਾਸਤੇ ਸੀ। ਸਤਿਗੁਰੂ ਕਹਿੰਦੇ ਮੌਤ ਤੋਂ ਕੀ ਡਰਨਾ ਤੇ ਮੌਤ ਦਾ ਰੋਸ ਕੀ ਕਰਨਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੈਨੂੰ ਜਨਮ ਹੀ ਮਰਨ ਦੇ ਵਾਸਤੇ ਮਿਲਿਆ। ਜੋ ਜਨਮੈ ਸੋ ਜਾਨੋ ਮੂਆ,
ਇੱਕ ਅਸੀਂ ਇਕਰਾਰਨਾਮਾ ਕਰਕੇ ਆਏ ਸੀ ਵਾਹਿਗੁਰੂ ਦੇ ਨਾਲ, ਜਿਹੜਾ ਭੁੱਲ ਬੈਠੇ, ਜਿਹਨੂੰ ਪਾਵਨ ਗੁਰਬਾਣੀ ਦੇ ਅੰਦਰ ਸਤਿਗੁਰੂ ਕਹਿੰਦੇ ਮਰਨ ਲਿਖਾਏ ਮੰਡਲ ਮੈਂ ਆਏ। ਅਸੀਂ ਮੌਤ ਤੇ ਆਪਣੇ ਹੱਥੀ ਲਗਾ ਕਰਕੇ ਆਏ। ਅੱਛਾ, ਇੱਕ ਖਿਆਲ ਮਾਰ ਕਰਕੇ ਦੇਖਿਓ, ਜਦੋਂ ਕਿਤੇ ਸਾਡੇ ਘਰ ਦੇ ਵਿੱਚ ਬੱਚਾ ਜਨਮ ਲੈਂਦਾ ਹੈ, ਬੱਚਾ ਜਾਂ ਬੱਚੀ ਜਨਮ ਲਵੇ, ਅਸੀਂ ਜਦੋਂ ਪਹਿਲੀ ਵਾਰ ਉਹਨੂੰ ਮਿਲਦੇ ਆ ਤੇ ਉਹਦੇ ਸਿਰ ਦੇ ਉੱਪਰ ਹੱਥ ਰੱਖ ਕਰਕੇ ਪਿਆਰ ਦਿੰਦੇ ਆ। ਕਿਤੇ ਰਿਸ਼ਤੇਦਾਰੀ ਪ੍ਰਾਹੁਣਾਚਾਰੀ ਵਿੱਚ ਵੀ ਜਾਈਏ, ਅਸੀਂ ਉਹਦੇ ਸਿਰ ਦੇ ਉੱਪਰ ਹੱਥ ਰੱਖ ਕਰਕੇ ਇੱਕ ਗੱਲ ਹੀ ਕਹਿੰਦੇ ਆ ਕਿ ਵਾਹਿਗੁਰੂ ਕਿਰਪਾ ਕਰੇ ਤੇ ਤੈਨੂੰ ਲੰਮੀ ਉਮਰ ਬਖਸ਼ੇ। ਹਾਲਾਂਕਿ ਅਸੀਂ ਮੌਤ ਦੇ ਸ਼ਬਦ ਤੋਂ ਡਰਦੇ ਬਹੁਤ ਜ਼ਿਆਦਾ, ਪਰ ਕਿਤੇ ਨਾ ਕਿਤੇ ਸਾਡੇ ਮਨ ਦੇ ਅੰਦਰ ਇਹ ਗੱਲ ਜ਼ਰੂਰ ਘਰ ਕਰਕੇ ਬੈਠੀ ਤੇ ਅਸੀਂ ਜਾਣਦੇ ਵੀ ਹਾਂ ਕਿ ਜੇ ਇਹ ਧਰਤੀ ਦੇ ਉੱਪਰ ਆਇਆ ਹੈ, ਪ੍ਰਮਾਤਮਾ ਨੇ ਘੱਲਿਆ ਹੈ, ਤੇ ਇਹਦੀ ਮੌਤ ਹੋ ਕਰਕੇ ਵਾਪਸ ਵੀ ਜਾ ਸਕਦਾ ਹੈ। ਪਰ ਸਾਡੀ ਇਹ ਅਸੀਸ ਹੁੰਦੀ ਹੈ ਕਿ ਗੁਰੂ ਕਿਰਪਾ ਕਰੇ ਪੁੱਤਰ ਧੀ ਤੈਨੂੰ ਲੰਮੀ ਉਮਰ ਬਖਸ਼ੇ ਪ੍ਰਮਾਤਮਾ। ਕਿਉਂ? ਕਿਉਂਕਿ ਪਤਾ ਹੈ ਕਿ ਕਿੰਨੇ ਸਵਾਸ ਨੇ ਇਹ ਵਾਹਿਗੁਰੂ ਜਾਣਦਾ ਹੈ। ਪਤਾ ਨਹੀਂ ਕਦੋਂ ਸਮਾਂ ਆ ਗਿਆ ਤੇ ਇਹਨੂੰ ਵਾਪਸ ਮੁੜਨਾ ਪੈਣਾ। ਪਰ ਸਤਿਗੁਰੂ ਕਹਿੰਦੇ ਹਨ ਜਿਹਨੂੰ ਵਾਹਿਗੁਰੂ ਰੱਖੇ ਉਹਨੂੰ ਮਾਰ ਕੋਈ ਨਹੀਂ ਸਕਦਾ, ਜਿਹਦੀ ਆ ਗਈ ਉਹਨੂੰ ਬਚਾ ਕੋਈ ਨਹੀਂ ਸਕਦਾ। ਇਹ ਦੋ ਪੌੜੀਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਵਨ ਗੁਰਬਾਣੀ ਦੇ ਅੰਦਰ ਅੰਕਿਤ ਕੀਤੀਆਂ। ਜਦੋਂ ਆਪਾਂ ਸ਼ਲੋਕ ਸਹਿਸਕ੍ਰਿਤੀ ਪੜ੍ਹਦੇ ਆ ਨਾ, ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦੋ ਬਚਨ ਦੇ ਅੰਦਰ ਅੰਕਿਤ ਕੀਤੇ ਨੇ। ਇੱਕ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਜਿਨ੍ਹਾਂ ਦੀ ਮੌਤ ਆਈ ਤੇ ਉਹਨੇ ਬਚਣ ਦਾ ਬੜਾ ਯਤਨ ਕੀਤਾ ਪਰ ਉਹ ਮੌਤ ਤੋਂ ਬਚ ਨਾ ਸਕੇ। ਦੂਸਰੇ ਦੀ ਗੱਲ ਉਦਾਹਰਨ ਦੇ ਕਰਕੇ ਕੀਤੀ, ਕਹਿਣ ਲੱਗੇ ਇੱਕ ਨੂੰ 4 ਚੁਫੇਰੇ ਤੋਂ ਘੇਰਾ ਪੈ ਗਿਆ ਪਰ ਉਹਦੀ ਗੁਰੂ ਨੇ ਰੱਖਿਆ ਕੀਤੀ ਤੇ ਉਹਦਾ ਕੋਈ ਵਾਲ ਵੀ ਵਿੰਗਾ ਨਾ ਕਰ ਸਕਿਆ। ਇਹ ਤੇ ਸਤਿਗੁਰਾਂ ਨੇ ਦੋ ਪੌੜੀਆਂ ਉਚਾਰਨ ਕੀਤੀਆਂ ਤੇ ਨਾਲ ਦੀ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਉਪਦਾਕਣਾ ਵੀ ਬਖਸ਼ੀ ਸਾਖੀ ਦੇ ਰੂਪ ਦੇ ਅੰਦਰ। ਪਹਿਲਾ ਬਚਨ ਆਉਂਦਾ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮ੍ਰਿਗੀ ਪੇਖੰਤ ਅਦਕ ਪ੍ਰਹਾਰੇਨ ਲਖ ਆਵਦ ਹੈ, ਆਹੋ ਜਸ ਰਖੇਨ ਗੋਪਾਲੇ ਨਾਨਕ ਰੋਮ ਨਾ ਛੇਦ ਤੇ। ਜਦੋਂ ਇਹਨਾਂ ਪੰਕਤੀਆਂ ਦੇ ਆਪਾਂ ਅਰਥ ਕਰਾਂਗੇ ਨਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਇੱਕ ਹਿਰਨ ਆਪਣੀ ਮੌਜ ਦੇ ਵਿੱਚ ਸੁੱਤਾ ਪਿਆ ਸੀ ਅੱਖਾਂ ਬੰਦ ਕਰਕੇ। ਉਸ ਹਿਰਨ ਦੇ 4 ਚੁਫੇਰੇ ਆਣ ਕਰਕੇ ਸ਼ਿਕਾਰੀ ਨੇ ਘੇਰਾ ਪਾ ਲਿਆ। ਥੋੜਾ ਤਵੱਜਾ ਦੇ ਕਰਕੇ ਸਰਵਣ ਕਰਿਓ। ਹਿਰਨ ਆਪਣੀ ਮੌਜ ਦੇ ਵਿੱਚ ਬੈਠਾ, ਸ਼ਿਕਾਰੀ ਆਇਆ, ਉਹਨੇ ਆਣ ਕਰਕੇ 4 ਚੁਫੇਰੇ ਘੇਰਾ ਪਾ ਲਿਆ। ਕੀ ਕੀਤਾ? ਇੱਕ ਬੰਨੇ ਉਹਨੇ ਜਾਲ ਲਾ ਦਿੱਤਾ, ਹਿਰਨ ਨੂੰ ਪਕੜਨ ਦੇ ਵਾਸਤੇ ਇੱਕ ਬੰਨੇ ਜਾਲ ਲਾਇਆ, ਦੂਸਰੇ ਬੰਨੇ ਜਿਹੜੀ ਸੀ ਉਧਰ ਅੱਗ ਬਾਲ ਦਿੱਤੀ ਗਈ। ਤੀਸਰੇ ਪਾਸੇ ਵਾਲੇ ਪਾਸੇ ਕੀ ਕੀਤਾ, ਜਿਹੜੇ ਸ਼ਿਕਾਰੀ ਦੇ ਕੋਲ ਸ਼ਿਕਾਰੀ ਦੋ ਕੁੱਤੇ ਸਨ ਨਾ, ਉਹਨੇ ਉਹ ਦੋ ਖੜੇ ਕਰ ਦਿੱਤੇ। ਚੌਥੇ ਪਾਸੇ ਵਾਲੇ ਬੰਨੇ ਹੋ ਕਰਕੇ ਉਹਨੇ ਬੰਦੂਕ ਦੇ ਵਿੱਚ ਗੋਲੀ ਪਾ ਕਰਕੇ ਤੇ ਹਿਰਨ ਦਾ ਨਿਸ਼ਾਨਾ ਲਿਆ। ਹੁਣ ਜਦੋਂ ਹਿਰਨ ਦੀਆਂ ਅੱਖਾਂ ਖੁੱਲੀਆਂ ਤੇ ਉਹ ਦੇਖਦਾ 4 ਚੁਫੇਰੇ। 4 ਚੁਫੇਰੇ ਦੇ ਕਰਕੇ ਸੋਚਦਾ, ਕਹਿਣ ਲੱਗਾ ਹੁਣ ਮੌਤ ਆ ਗਈ, ਹੁਣ ਮੇਰੇ ਕੋਲੋਂ ਭੱਜਿਆ ਨਹੀਂ ਜਾਣਾ। ਕਿਉਂ? ਕਿਉਂਕਿ ਭੱਜਾਂਗਾ ਕਿਹੜੇ ਪਾਸੇ ਨੂੰ? ਜੇ ਇੱਧਰ ਨੂੰ ਗਿਆ ਤੇ ਸਾਹਮਣੇ ਜਾਲ ਲੱਗਾ, ਜਾਲ 'ਚ ਫਸਾਂਗਾ। ਇੱਧਰ ਨੂੰ ਭੱਜਿਆ ਤੇ ਅੱਗ ਦੇ ਵਿੱਚ ਪੈ ਕਰਕੇ ਸੜਾਂਗਾ। ਐਸ ਦਿਸ਼ਾ ਵੱਲ ਨੂੰ ਭੱਜਿਆ ਤੇ ਸ਼ਿਕਾਰੀ ਦੇ ਕੁੱਤਿਆਂ ਨੇ ਮੇਰਾ ਸ਼ਿਕਾਰ ਕਰ ਲੈਣਾ, ਮੈਨੂੰ ਛੱਡਣਾ ਨਹੀਂ ਹੈ। ਇਧਰਲੀ ਦਿਸ਼ਾ ਵੱਲ ਨੂੰ ਭੱਜਿਆ ਤੇ ਸ਼ਿਕਾਰੀ ਸਾਹਮਣੇ ਖਲੋਤਾ ਬੰਦੂਕ ਤਾਣ ਕਰਕੇ ਨੇ ਗੋਲੀ ਚਲਾ ਦੇਣੀ ਹੈ। 4 ਚੁਫੇਰੇ ਦੇਖ ਕਰਕੇ ਮਨ ਨੇ ਸੋਚਿਆ ਕਿ ਹੁਣ ਤੇ ਮੌਤ ਕਬੂਲ ਕਰਨੀ ਪੈਣੀ ਹੈ, ਹੁਣ ਨਹੀਂ ਭੱਜਿਆ ਜਾਣਾ ਕਿਸੇ ਪਾਸੇ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਹੋਇਆ ਕੀ, ਹੁਣ ਉਹਦੀ ਆਈ ਨਹੀਂ ਸੀ, ਉਹਦੀ ਰੱਖਿਆ ਕਰਨੀ ਸੀ ਪ੍ਰਮਾਤਮਾ ਨੇ। ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਜਿਹਦੇ ਉੱਪਰ ਗੁਰੂ ਕਿਰਪਾ ਕਰ ਦੇਵੇ ਉਹਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ, ਜਿਹਦੀ ਆ ਗਈ ਉਹਨੂੰ ਕੋਈ ਬਚਾ ਨਹੀਂ ਸਕਦਾ। ਕਹਿਣ ਲੱਗੇ ਹਿਰਨ ਜਿਹੜਾ ਸੀ ਨਾ ਬੈਠ ਗਿਆ, ਮਸਤ ਹੋ ਗਿਆ, ਉਹਨੇ ਮੌਤ ਕਬੂਲ ਕਰ ਲਈ ਤੇ ਹੁਣ ਨਹੀਂ ਭੱਜਿਆ ਜਾਣਾ ਕਿਸੇ ਪਾਸੇ।
ਪਰ ਸਤਿਗੁਰੂ ਕਹਿੰਦੇ ਹੋਇਆ ਕਿ ਜਿਹੜੇ ਬੰਨੇ ਸ਼ਿਕਾਰੀ ਖੜਾ ਸੀ ਨਾ, ਇਸ ਸ਼ਿਕਾਰੀ ਦੇ ਮਗਰਲੇ ਪਾਸਿਓਂ ਇੱਕ ਫਣੀਰ ਨਾਗ ਨਿਕਲਿਆ। ਕਹਿਣ ਲੱਗੇ ਜਦੋਂ ਉਹ ਨਾਗ ਨਿਕਲਿਆ ਤੇ ਉਹਨੇ ਨਿਕਲ ਕਰਕੇ ਉਸ ਸ਼ਿਕਾਰੀ ਦੇ ਪੈਰ ਦੇ ਉੱਪਰ ਡੰਗ ਮਾਰਿਆ। ਜਦੋਂ ਸ਼ਿਕਾਰੀ ਦੇ ਪੈਰ ਦੇ ਉੱਪਰ ਡੰਗ ਵੱਜਾ ਨਾ, ਤੇ ਡੰਗ ਵੱਜਣ ਦੇ ਨਾਲ ਸ਼ਿਕਾਰੀ ਜਿਹੜਾ ਸੀ ਉਹ ਇੱਕਦਮ ਜਦੋਂ ਉਹਨੇ ਆਪਣਾ ਧਿਆਨ ਪਿੱਛੇ ਕੀਤਾ, ਧਿਆਨ ਜਦੋਂ ਪਿੱਛੇ ਗਿਆ ਤੇ ਦੇਖਦਿਆਂ ਹੋਇਆ ਕਿ ਜਿਹੜਾ ਬੰਦੂਕ ਦੇ ਘੋੜੇ ਦੇ ਉੱਪਰ ਉਹ ਆਪਣੀ ਉਂਗਲ ਰੱਖੀ ਹੋਈ ਸੀ ਨਾ, ਉਧਰੋਂ ਸੱਪ ਨੇ ਡੰਗ ਮਾਰਿਆ ਤੇ ਉਹਦੀ ਉਂਗਲ ਜਿਹੜੀ ਸੀ ਉਹ ਨੱਪੀ ਗਈ। ਬੰਦੂਕ ਦੇ ਵਿੱਚੋਂ ਗੋਲੀ ਨਿਕਲੀ, ਪਰ ਨਾਲ ਦੀ ਨਾਲ ਨਿਸ਼ਾਨਾ ਹਿਰਨ ਦਾ ਲਿਆ ਸੀ, ਉਹ ਨਿਸ਼ਾਨਾ ਵੀ ਚੁੱਕ ਗਿਆ। ਨਿਸ਼ਾਨਾ ਕਿਧਰ ਨੂੰ ਹੋ ਗਿਆ? ਸਿੱਧੀ ਜਾ ਕਰਕੇ ਗੋਲੀ ਜਿਹੜੇ ਸ਼ਿਕਾਰੀ ਕੁੱਤੇ ਦੋ ਖਲੋਤੇ ਸਨ ਨਾ, ਉਹਨਾਂ ਨੂੰ ਵੱਜੀ। ਇੱਕ ਗੋਲੀ ਦੇ ਨਾਲ ਦੋਨੇ ਸ਼ਿਕਾਰੀ ਦੇ ਕੁੱਤੇ ਜਿਹੜੇ ਸਨ ਉਹ ਵੀ ਧਰਤੀ ਤੇ ਡਿੱਗ ਪਏ। ਇਧਰੋਂ ਸ਼ਿਕਾਰੀ ਨੂੰ ਸੱਪ ਲੜਿਆ ਤੇ ਉਹ ਵੀ ਤੜਫਦਾ ਹੋਇਆ ਧਰਤੀ ਤੇ ਡਿੱਗਾ। ਤੀਸਰੇ ਪਾਸੇ ਹਿਰਨ ਨੇ ਦੇਖਿਆ, ਕੀ ਦੇਖਦਾ ਹੈ, ਥੋੜੀ ਜੀ ਹਵਾ ਤੇਜ਼ ਹੋਈ ਤੇ ਅੱਗ ਉੱਡੀ ਤੇ ਉੱਡ ਕਰਕੇ ਜਾਲ ਦੇ ਉੱਪਰ ਪਈ ਤੇ ਜਾਲ ਵੀ ਸੜ ਕੇ ਸਵਾਹ ਹੋ ਗਿਆ। ਹਿਰਨ ਦੇਖਦਾ ਕੀ ਦੇਖਦਾ, ਇੱਕ ਛੋਟੀ ਜੀ ਬਦਲੀ ਆਈ ਉੱਪਰੋਂ। ਉਹਨੇ ਬਦਲੀ ਨੇ ਆਣ ਕਰਕੇ ਕੁਝ ਵਰਖਾ ਕੀਤੀ ਤੇ ਉਸ ਪਾਣੀ ਦੇ ਨਾਲ ਦੇਖਦਿਆਂ ਅੱਗ ਵੀ ਬੁਝ ਗਈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਹਿਰਨ ਬੈਠਾ ਸੀ, ਮੌਤ ਕਬੂਲ ਕਰ ਲਈ ਸੀ, ਭੱਜਣ ਦਾ ਰਸਤਾ ਕੋਈ ਨਹੀਂ, ਪਰ ਜਿਹਨੂੰ ਪ੍ਰਮਾਤਮਾ ਰੱਖੇ ਉਹਨੂੰ ਮਾਰ ਫਿਰ ਕੌਣ ਸਕਦਾ ਹੈ। ਸ਼ਿਕਾਰੀ ਵੀ ਮਰ ਗਿਆ, ਕੁੱਤੇ ਵੀ ਮਰ ਗਏ, ਜਾਲ ਵੀ ਸੜ ਗਿਆ, ਅੱਗ ਵੀ ਬੁਝ ਗਈ। ਕਹਿਣ ਤੋਂ ਭਾਵ ਕਿ ਉਸ ਹਿਰਨ ਦਾ ਸ਼ਿਕਾਰੀ ਵਾੜ ਵੀ ਵਿੰਗਾ ਨਾ ਕਰ ਸਕਿਆ। ਇਹ ਬਚਨ ਪਾਵਨ ਗੁਰਬਾਣੀ ਦੇ ਅੰਦਰ ਆਪਾਂ ਪੜ੍ਹਦੇ ਹਾਂ, ਮਿਰਗੀ ਪੇਖੰਤ ਅਦਕ ਪ੍ਰਹਾਰੇਨ ਲੱਗਿਆ ਆਵਦ ਹੈ, ਆਹੋ ਜਸ ਰਖੇਨ, ਜਿਹਨੂੰ ਪ੍ਰਮਾਤਮਾ ਰੱਖੇ ਆਹੋ ਜਸ ਰਖੇਨ, ਗੋਪਾਲੇ ਨਾਨਕ ਰੋਮ ਨਾ ਛੇਦ। ਰੋਮ ਸ਼ਬਦ ਆਪਾਂ ਸਮਝਦੇ ਹਾਂ ਵਾਲ ਨੂੰ ਕਿਹਾ ਜਾਂਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਜਿਹਦੀ ਰੱਖਿਆ ਸਤਿਗੁਰੂ ਕਰਨ, ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਇਹਦੇ ਤੋਂ ਅਗਲੀ ਪੌੜੀ ਪੜ੍ਹੀਏ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹੁਣ ਉਹਨਾਂ ਦੀ ਗੱਲ ਕੀਤੀ ਕਿ ਜਿਨ੍ਹਾਂ ਦੀ ਮੌਤ ਆਈ ਸੀ ਪਰ ਉਹਨਾਂ ਨੇ ਬਚਣ ਦੇ ਵਾਸਤੇ ਬੜਾ ਚਾਰਾ ਕੀਤਾ। ਇੱਕ ਪ੍ਰੋਹਤ ਰਾਜੇ ਦੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੱਲ ਕਰਦੇ ਨੇ, ਕਿਉਂਕਿ ਜਦੋਂ ਪਿਛਲੇ ਉਹਨਾਂ ਰਾਜਿਆਂ ਰਿਖੀ ਮੁਨੀਆਂ ਦਾ ਆਪਾਂ ਇਤਿਹਾਸ ਪੜ੍ਹਦੇ ਆ ਨਾ, ਉਹਨਾਂ ਕੋਲ ਇੰਨੀ ਤਾਕਤ ਸੀ ਕਿ ਉਹ ਜਾਣ ਲੈਂਦੇ ਸਨ ਸਾਡੀ ਮੌਤ ਕਦੋਂ ਹੋਣੀ ਹੈ, ਇੰਨੀ ਸਿੱਧੀਆਂ ਦੇ ਅੰਦਰ ਜਾ ਕਰਕੇ। ਪਰ ਇਹਦਾ ਆਪਾਂ ਇਹ ਅਰਥ ਨਹੀਂ ਕਰ ਲੈਣਾ ਕਿ ਉਹਨਾਂ ਨੂੰ ਧਰਤੀ ਤੋਂ ਗਏ ਨਹੀਂ, ਜਾਣਾ ਸਾਰਿਆਂ ਨੂੰ ਪਿਆ ਜਦੋਂ ਸਮਾਂ ਆ ਗਿਆ, ਪਰ ਉਹ ਪਤਾ ਕਰ ਲੈਂਦੇ ਸਨ। ਇੱਕ ਪ੍ਰੋਹਤ ਰਾਜੇ ਨੇ ਇੱਕ ਵਿਦਵਾਨ ਨੂੰ ਸੱਦਿਆ, ਉਹਨੂੰ ਸੱਦ ਕਰਕੇ ਆਪਣੇ ਮੌਤ ਦੇ ਬਾਰੇ ਪੁੱਛਦਾ ਹੈ। ਤੇ ਜੋ ਇਤਿਹਾਸਕਾਰਾਂ ਨੇ ਲਿਖਿਆ, ਕਹਿਣ ਲੱਗੇ ਉਸ ਸੱਜਣ ਨੇ ਦੱਸਿਆ ਕਿ ਰਾਜਨ ਤੇਰੀ 20 ਸਾਲ ਉਮਰ ਜਿਹੜੀ ਹੈ ਨਾ ਉਹ ਬਾਕੀ ਰਹਿ ਗਈ ਹੈ। ਜਿਸ ਦਿਨ ਪੁੰਨਿਆਂ ਦਾ ਦਿਨ ਹੋਵੇਗਾ ਨਾ, ਇਸ ਮਹੀਨੇ ਦੇ ਅੰਦਰ, ਇਸ ਸਾਲ ਦੇ ਅੰਦਰ, ਇਹਨਾਂ 12 ਮਹੀਨਿਆਂ ਦੇ ਅੰਦਰ, ਇੱਕ ਮਹੀਨੇ ਦੇ ਅੰਦਰ ਜਦੋਂ ਪੁੰਨਿਆਂ ਦੀ ਰਾਤ ਹੋਈ ਉਸ ਦਿਨ ਤੜਕੇ ਤੇਰੀ ਮੌਤ ਹੋਵੇਗੀ। ਇਹ ਗੱਲ ਸਪਸ਼ਟ ਕਰ ਦਿੱਤੀ ਗਈ। ਸਮਾਂ ਆਪਣੀ ਚਾਲ ਤੇ ਚੱਲਿਆ ਗਿਆ, ਚਲਦਿਆਂ ਮਹੀਨੇ ਸਾਲ ਬਤੀਤ ਹੁੰਦੇ ਗਏ। ਜਿਹੜਾ 20ਵਾਂ ਸਾਲ ਸੀ ਉਹ ਆ ਗਿਆ। ਹੁਣ ਰਾਜੇ ਨੂੰ ਪਤਾ ਕਿ ਇਸ ਸਾਲ ਦੇ ਅੰਦਰ ਮੇਰੀ ਮੌਤ ਹੋਣੀ ਹੈ। ਇਸ ਸਾਲ ਦੇ ਅੰਦਰ ਜਦੋਂ ਵੀ ਮਹੀਨੇ ਦੀ ਜਿਹੜੀ ਵੀ ਪੂਰਨਮਾਸ਼ੀ ਆਈ, ਉਸ ਪੂਰਨਮਾਸ਼ੀ ਦੇ ਤੜਕੇ ਮੇਰੀ ਮੌਤ ਹੋ ਸਕਦੀ ਹੈ। ਹੁਣ ਰਾਜੇ ਨੇ ਕੀ ਕੀਤਾ, ਜਿਹੜੇ ਬਚਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਲਿਖੇ ਨੇ ਸ਼ਲੋਕ ਸੰਸਕ੍ਰਿਤੀ ਦੇ ਅੰਦਰ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸੈ। ਕਹਿਣ ਲੱਗੇ ਹੁਣ ਉਸ ਰਾਜੇ ਨੇ ਆਪਣੀ ਮੌਤ ਤੋਂ ਬਚਣ ਦਾ ਯਤਨ ਕਰਨਾ ਸ਼ੁਰੂ ਕੀਤਾ ਕਿ ਇੱਕ ਕਹਿਣ ਲੱਗੇ ਬੜੀ ਉੱਚੀ ਚੋਟੀ ਦੇ ਉੱਪਰ ਇੱਕ ਸੀਸੇ ਦਾ ਮਹਿਲ ਤਿਆਰ ਕਰ ਲਿਆ, ਜਿੱਥੇ ਆਪਾਂ ਇਥੋਂ ਤੱਕ ਕਹਿ ਲਈਏ ਕਿ ਇੱਕ ਛੋਟੀ ਜਿੰਨੀ ਕੀੜੀ ਵੀ ਜਿਹੜੀ ਹੈ ਉਹ ਅੰਦਰ ਪ੍ਰਵੇਸ਼ ਨਹੀਂ ਸੀ ਕਰ ਸਕਦੀ।
ਉਸ ਉੱਚੀ ਚੋਟੀ ਦੇ ਉੱਪਰ ਉਸ ਕਿਲੇ ਨੂੰ ਬਣਾ ਕਰਕੇ ਉਹਦੇ 4 ਚੁਫੇਰੇ ਪਾਣੀ ਛੱਡਿਆ ਗਿਆ। ਉਸ ਪਾਣੀ ਤੋਂ ਅੱਗੇ ਆਣ ਕਰਕੇ ਬਹੁਤ ਸਾਰੇ ਅਹਿਲਕਾਰ ਜਿਹੜੇ ਸਨ, ਸਿਪਾਹੀ ਆਦਿ ਕੋ ਖੜੇ ਕੀਤੇ ਗਏ। ਜਦੋਂ ਵੀ ਉਸ ਮਹੀਨੇ ਦੀ ਪੂਰਨਮਾਸ਼ੀ ਵਾਲਾ ਦਿਨ ਆਉਂਦਾ ਹੈ, ਰਾਜਾ ਰਾਤ ਦੇ ਸਮੇਂ ਜਾ ਕਰਕੇ ਉਹਦੇ ਅੰਦਰ ਪ੍ਰਵੇਸ਼ ਕਰ ਲੈਂਦਾ ਹੈ ਮੌਤ ਤੋਂ ਬਚਣ ਦੇ ਵਾਸਤੇ। ਕਿਉਂਕਿ ਉਹ ਇਸ ਗੱਲ ਤੋਂ ਜਾਣੂ ਸੀ, ਇਸ ਗੱਲ ਨੂੰ ਮਨ ਵਿੱਚ ਬਿਠਾ ਕਰਕੇ ਬੈਠ ਗਿਆ ਕਿ ਇੱਥੇ ਪੰਛੀ ਵੀ ਪਰ ਨਹੀਂ ਮਾਰ ਸਕਦੇ, ਮੇਰੀ ਮੌਤ ਕਿਸ ਤਰ੍ਹਾਂ ਹੋਵੇਗੀ। ਸਤਿਗੁਰੂ ਕਹਿੰਦੇ, ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ, ਸੂਰਾ ਚਤੁਰ ਦਿਸੈ ਬਿਕਮ ਤਾਣ ਬਸੰਤ, ਉੱਚੈ ਨਹਿ ਸਿਮਰੰਤ ਮਰਨੈ ਕੰਦਾਚੈ। ਉੱਚੀ ਜਗ੍ਹਾ ਦੇ ਉੱਪਰ ਬੈਠਾ ਹੋਇਆ, ਸੀਸੇ ਦਾ ਜਿਹੜਾ ਹੈ ਉਹ ਮਹਿਲ ਬਣਾਇਆ ਹੋਇਆ ਹੈ। ਕਹਿਣ ਲੱਗੇ ਮੌਤ ਜਿਹੜੀ ਹੈ ਨਾ, ਨਹਿ ਸਿਮਰੰਤ ਮਰਨੈ ਕੰਦਾਚੈ, ਉਹਦੇ ਮਨ ਦੇ ਅੰਦਰ ਭਉ ਜਿਹੜਾ ਹੈ ਨਾ, ਡਰ ਚੱਲਦਾ ਜ਼ਰੂਰ ਹੈ, ਭਾਵੇਂ ਉਹ ਸ਼ੀਸ਼ੇ ਦੇ ਮਹਿਲ ਦੇ ਅੰਦਰ ਹੀ ਬੈਠਾ, ਪਰ ਕਿਤੇ ਨਾ ਕਿਤੇ ਜਦੋਂ ਸਮਾਂ ਆਉਂਦਾ ਹੈ ਨਾ ਨੇੜੇ, ਤੇ ਡਰ ਜ਼ਰੂਰ ਅੰਦਰ ਤੋਂ ਲੱਗਦਾ ਹੈ। ਪਰ ਜਦੋਂ ਉਹ ਰਾਤ ਨਿਕਲ ਜਾਂਦੀ ਤੇ ਫਿਰ ਬੜਾ ਖੁਸ਼ ਹੁੰਦਾ ਕਿ ਮੈਨੂੰ ਹੁਣ ਕਾਲ ਨੇ ਮਾਰਿਆ ਨਹੀਂ, ਮੈਂ ਬਚ ਗਿਆ। ਅੱਗੇ ਸਮਾਂ ਚੱਲਿਆ, ਕਹਿਣ ਲੱਗੇ ਹੁਣ ਇਹਦੀ ਮੌਤ ਦਾ ਦਿਨ ਆ ਗਿਆ। ਜਿਹੜੇ ਮਹੀਨੇ ਦੇ ਅੰਦਰ ਇਹਦੀ ਮੌਤ ਦਾ ਦਿਨ ਉਸ ਪ੍ਰਮਾਤਮਾ ਦੇ ਵੱਲੋਂ ਲਿਖਿਆ ਗਿਆ ਸੀ, ਅੱਜ ਉਹ ਮਹੀਨਾ, ਉਸ ਮਹੀਨੇ ਦੀ ਪੂਰਨਮਾਸ਼ੀ ਵਾਲਾ ਦਿਨ, ਅਖੀਰਲੇ ਮਹੀਨੇ ਵਿੱਚ ਜਾ ਕਰਕੇ ਰਾਜੇ ਨੇ ਰਾਤ ਨੂੰ ਆਪਣੇ ਮਹਿਲਾਂ ਦੇ ਅੰਦਰ ਪ੍ਰਵੇਸ਼ ਕੀਤਾ। ਉਹ ਸੀਸੇ ਦਾ ਮਹਿਲ ਜਿਹੜਾ ਬਣਾਇਆ ਹੋਇਆ ਸੀ, ਜਦੋਂ ਰਾਤ ਨਿਕਲਦੀ ਹੈ, ਜਾਣਦਾ ਸੀ ਐਸੇ ਸਾਲ ਦੇ ਐਸੇ ਮਹੀਨੇ ਦੇ ਅੰਦਰ ਮੇਰੀ ਮੌਤ ਹੋਵੇਗੀ। ਜੇ ਨਾ ਹੋਈ ਤੇ ਸਮਝ ਲਓ ਕਿ ਮੈਂ ਕਾਲ ਨੂੰ ਜਿੱਤ ਲਿਆ, ਮੈਂ ਮਰਨਾ ਨਹੀਂ ਹੈ। ਅੱਜ ਅਖੀਰਲੀ ਪੂਰਨਮਾਸ਼ੀ ਦੀ ਰਾਤ, ਸਾਲ ਦਾ ਅਖੀਰਲਾ ਮਹੀਨਾ, ਕਹਿਣ ਲੱਗੇ ਰਾਤ ਬਤੀਤ ਹੁੰਦੀ ਹੈ, ਬਤੀਤ ਹੁੰਦੀ ਗਈ, ਡਰਦਾ ਤੇ ਬੜਾ ਅੰਦਰ ਤੋਂ, ਪਰ ਇੱਕ ਇੱਕ ਸਕਿੰਟ ਜਦੋਂ ਨਿਕਲਦਾ ਜਾਂਦਾ ਹੈ, ਨਾਲ ਦੀ ਨਾਲ ਖੁਸ਼ੀ ਵੀ ਕਰੀ ਜਾਂਦੀ। ਕਹਿਣ ਲੱਗੇ ਨਿਕਲਦਿਆਂ ਸਮਾਂ ਨਾ, ਜਦੋਂ ਕੁਝ ਕੁ ਪਲ ਤੇ ਕੁਝ ਕੁ ਘੜੀਆਂ ਹੀ ਬਾਕੀ ਰਹਿ ਗਈਆਂ। ਹੁਣ ਜਿਹੜੇ ਸੱਜਣ ਨੇ ਇਹਨੂੰ ਦੱਸਿਆ ਸੀ ਨਾ, ਜਿਹੜਾ ਦਾ ਗੁਰੂ ਸੀ, ਉਹ ਵੀ ਬੜਾ ਇਸ ਗੱਲ ਨੂੰ ਸੁਣ ਕਰਕੇ ਖੁਸ਼ ਹੋਇਆ ਕਿ ਦੇਖੋ ਇਹ ਸਾਲ ਬਤੀਤ ਹੋ ਗਿਆ ਹੈ, ਸਾਰੇ ਮਹੀਨੇ ਵੀ ਨਿਕਲ ਗਏ ਨੇ, ਅਖੀਰਲਾ ਦਿਨ ਸੀ ਇਹ ਵੀ ਨਿਕਲ ਗਿਆ, ਵਾਕਿਆ ਹੀ ਇਸ ਰਾਜੇ ਨੂੰ ਕੋਈ ਨਹੀਂ ਮਾਰ ਸਕਿਆ। ਉਹ ਸੱਜਣ ਉਹ ਬੜਾ ਖੁਸ਼ ਹੋਇਆ। ਉਹਨੇ ਸੋਚਿਆ ਕਿ ਮੈਂ ਰਾਜੇ ਨੂੰ ਖੁਸ਼ੀ ਇਜ਼ਹਾਰ ਕਰਾਂ, ਉਹਦੇ ਨਾਲ ਜਾ ਕਰਕੇ, ਜਿਸ ਤਰ੍ਹਾਂ ਕਹਿ ਜੇ ਕਿ ਵਧਾਈ ਦੇਵਾਂ ਨੂੰ ਜਾ ਕਰ। ਕਹਿਣ ਲੱਗੇ ਉਹ ਜਦੋਂ ਵਧਾਈ ਦੇਣ ਵਾਸਤੇ ਤੁਰਿਆ ਨਾ, ਤੇ ਉਹਨੇ ਕੀ ਸੋਚਿਆ, ਕਹਿੰਦਾ ਕੁਝ ਨਾ ਕੁਝ ਭੇਟਾ ਵੀ ਕਰਾਂਗਾ ਰਾਜੇ ਨੂੰ, ਹੁਣ ਇਸ ਤਰ੍ਹਾਂ ਖਾਲੀ ਹੱਥੀ ਥੋੜਾ ਜਾਣਾ। ਤੇ ਜਦੋਂ ਤੁਰਨ ਲੱਗਾ ਤੇ ਲਾਗੇ ਉਹਨੇ ਦੇਖਿਆ ਤੇ ਇੱਕ ਬਗੀਚੇ ਦੇ ਅੰਦਰ ਬੜੇ ਸੁੰਦਰ ਫੁੱਲ ਜਿਹੜੇ ਉਹ ਖਿੜੇ ਹੋਏ ਸਨ। ਉਹਦੀ ਨਿਗਾਹ ਉਹਨਾਂ ਫੁੱਲਾਂ ਦੇ ਵੱਲ ਨੂੰ ਚਲੀ ਗਈ। ਮਨ ਦੇ ਅੰਦਰ ਸੋਚਦਾ, ਕਹਿਣ ਲੱਗਾ ਆ ਫੁੱਲ ਜਿਹੜੇ ਤੋੜ ਕਰਕੇ ਖੜਾ, ਇਹਦਾ ਗੁਲਦਸਤਾ ਬਣਾ ਕਰਕੇ ਜਾ ਕਰਕੇ ਰਾਜੇ ਨੂੰ ਮੈਂ ਭੇਟਾ ਕਰਾਂਗਾ। ਜਦੋਂ ਉਹ ਫੁੱਲ ਤੋੜੇ ਤੇ ਹੁਣ ਉਹ ਗੁਰੂ ਸੀ, ਉਹਨੂੰ ਕਿਸੇ ਅਹਿਲਕਾਰ ਨੇ ਵੀ ਨਹੀਂ ਸੀ ਡੱਕਣਾ, ਕਿਉਂਕਿ ਜਿਹੜਾ ਮੰਤਰੀ ਸੰਤਰੀ ਹੁੰਦਾ ਹੈ ਉਹਨੂੰ ਰਾਜੇ ਤੋਂ ਮਿਲਣ ਤੋਂ ਕੋਈ ਰੋਕ ਨਹੀਂ ਸਕਦਾ। ਇਧਰ ਅਜੇ ਕੁਝ ਪਲ ਤੇ ਕੁਝ ਘੜੀਆਂ ਬਾਕੀ ਸਨ। ਕਹਿਣ ਲੱਗੇ ਜਦੋਂ ਉਹ ਸੱਜਣ ਫੁੱਲਾਂ ਦਾ ਗੁਲਦਸਤਾ ਲੈ ਕਰਕੇ ਉਹਨੇ ਉਸ ਸ਼ੀਸ਼ੇ ਦੇ ਮਹਿਲ ਦੇ ਅੰਦਰ ਜਦੋਂ ਪ੍ਰਵੇਸ਼ ਕੀਤਾ ਨਾ, ਤੇ ਰਾਜਾ ਵੀ ਵੇਖ ਕਰਕੇ ਬੜਾ ਖੁਸ਼ ਹੋਇਆ। ਕਹਿਣ ਲੱਗਾ ਦੇਖ, ਤੂੰ ਕਹਿੰਦਾ ਸੀ ਤੇਰੀ ਮੌਤ ਹੋ ਜਾਣੀ, ਮੈਂ ਆਪਣੀ ਮੌਤ ਦਾ ਪ੍ਰਬੰਧ ਕਰ ਲਿਆ, ਮੇਰਾ ਕਾਲ ਕੁਝ ਨਹੀਂ ਵਿਗਾੜ ਸਕਿਆ। ਹੁਣ ਉਹਨੂੰ ਵੀ ਬੜੀ ਖੁਸ਼ੀ ਹੋਈ ਕਿ ਮੈਂ ਤੈਨੂੰ ਦੱਸਿਆ ਸੀ ਤੇ ਤੂੰ ਮੌਤ ਤੋਂ ਬਚ ਗਿਆ। ਅੱਗੇ ਵਧਿਆ ਬੜੀ ਖੁਸ਼ੀ ਦੇ ਨਾਲ, ਤੇ ਉਹ ਫੁੱਲਾਂ ਵਾਲਾ ਗੁਲਦਸਤਾ ਜਿਹੜਾ ਸੀ ਉਹ ਰਾਜੇ ਨੂੰ ਫੜਾਇਆ। ਇਧਰ ਯਾਦ ਰੱਖਿਓ ਕੁਝ ਪਲ ਅਜੇ ਬਾਕੀ ਨੇ, ਕੁਝ ਕੁ ਪਲ, ਤੇ ਇਹ ਜਾਣਦੇ ਨੇ ਸਾਰੀ ਰਾਤ ਨਿਕਲ ਗਈ ਤੇ ਹੁਣ ਕੀ ਹੋਣਾ, ਕਿਉਂਕਿ 4 ਚੁਫੇਰੇ ਕੋ ਮਾਰਨ ਵਾਲਾ ਵੀ ਨਹੀਂ ਹੈ, ਮੈਂ ਬਿਲਕੁਲ ਖੜਾ ਵਾਂ, ਤੰਦਰੁਸਤ ਮੇਰੀ ਸਿਹਤ ਹੈ। ਕਹਿਣ ਲੱਗੇ ਜਦੋਂ ਉਹ ਗੁਲਦਸਤਾ ਫੜਾਇਆ ਨਾ ਉਹ ਸੱਜਣ ਨੇ, ਤੇ ਰਾਜਾ ਬੜਾ ਖੁਸ਼ ਸੀ, ਖੁਸ਼ੀ ਦੇ ਅੰਦਰ ਉਹ ਚੇਤਾ ਹੀ ਭੁੱਲ ਗਿਆ ਮੌਤ ਦਾ। ਕਹਿਣ ਲੱਗੇ ਫੁੱਲਾਂ ਦੀ ਖੁਸ਼ਬੂ ਬੜੀ ਸੁੰਦਰ ਆਈ ਤੇ ਉਹਨੇ ਆਪਣੀ ਨਾਸਕਾ ਦੇ ਲਾਗੇ ਕਰ ਲਈ। ਜਦੋਂ ਉਹ ਬਾਸ਼ਨਾ ਲੈਣ ਲੱਗਾ ਨਾ ਉਹਦੇ ਫੁੱਲਾਂ ਦੇ ਵਿੱਚੋਂ, ਉਹਦੇ ਅੰਦਰ ਇੱਕ ਛੋਟਾ ਜਿਹਾ ਤਸ਼ਕਨਾਗ, ਜਿਹਨੂੰ ਕਹਿੰਦੇ ਬਹੁਤ ਜ਼ਿਆਦਾ ਜ਼ਹਿਰੀ ਹੁੰਦਾ, ਆਕਾਰ ਉਹਦਾ ਛੋਟਾ ਜਿਹਾ ਹੁੰਦਾ ਕੀੜੀ ਦੀ ਤਰ੍ਹਾਂ,
ਕਹਿਣ ਲੱਗੇ ਜ਼ਹਿਰ ਇੰਨਾ ਜ਼ਿਆਦਾ ਹੁੰਦਾ ਕਿ ਜਿੱਥੇ ਡੰਗ ਮਾਰ ਦੇਵੇ ਬੰਦੇ ਨੂੰ ਪਾਣੀ ਨਹੀਂ ਮੰਗਣ ਦਿੰਦਾ। ਹੁਣ ਉਹ ਤਸ਼ਕਨਾਗ ਜਿਹੜਾ ਸੀ ਨਾ ਉਹ ਉਹਨਾਂ ਫੁੱਲਾਂ ਦੇ ਅੰਦਰ ਸੀ। ਜਦੋਂ ਰਾਜੇ ਨੇ ਫੁੱਲ ਕੀਤੇ ਆਪਣੀ ਨਾਸਕ ਦੇ ਲਾਗੇ, ਕਹਿਣ ਲੱਗੇ ਤਸ਼ਕਨਾਗ ਨੇ ਉਹਦੇ ਨੱਕ ਤੇ ਡੰਗ ਮਾਰਿਆ। ਸੱਜਣ ਉਹ ਲਾਗੇ ਖਲੋਤਾ ਰਹਿ ਗਿਆ। ਦੇਖਦਿਆਂ ਦੇਖਦਿਆਂ ਰਾਜਾ ਧਰਤੀ ਤੇ ਡਿੱਗ ਪਿਆ। ਦੇਖਦਿਆਂ ਦੇਖਦਿਆਂ ਉਹਦੇ ਸਰੀਰ ਦੇ ਜਿਹੜੇ ਪ੍ਰਾਣ ਸਨ ਉਹ ਨਿਕਲ ਗਏ। ਉਧਰ ਸਮਾਂ ਪੂਰਾ ਹੋ ਗਿਆ, ਉਧਰ ਰਾਜਾ ਤੁਰਦਾ ਬਣਿਆ। ਸੀਸੇ ਦਾ ਬਣਾਇਆ ਹੋਇਆ ਮਹਿਲ ਵੀ ਰਹਿ ਗਿਆ ਉਸੇ ਤਰ੍ਹਾਂ ਹੀ। ਚਾਰ ਚਪੇਰੇ ਸੰਤਰੀ ਖੜੇ ਨੇ, ਬੰਦੂਕਾਂ ਬਰਛੇ ਫੜ ਕਰਕੇ। ਰਾਜੇ ਨੂੰ ਕੌਣ ਮਾਰ ਸਕਦਾ, ਕਿਉਂਕਿ ਅਸੀਂ ਇਥੋਂ ਅੰਦਰ ਜਾਣ ਹੀ ਨਹੀਂ ਦੇਣਾ ਕਿਸੇ ਨੂੰ। ਅੱਜ ਵੀ ਆਪਾਂ ਦੇਖਦੇ ਆ ਨਾ, ਇੱਕ ਇੱਕ ਬੰਦਾ, ਇੱਕ ਇੱਕ ਲੀਡਰ ਕਿੰਨੀ ਕਿੰਨੀ ਫੋਰਸ ਨਾਲ ਲਈ ਫਿਰਦਾ। ਕੋਈ ਕਹਿੰਦਾ ਜੀ ਮੈਨੂੰ ਜੈਡ ਸਿਕਿਉਰਿਟੀ ਦੇ ਦਿਓ, ਕਿਉਂ? ਕਿਉਂਕਿ ਮੈਨੂੰ ਕੋਈ ਮਾਰ ਨਾ ਦਵੇ। ਬੁਲਟ ਪ੍ਰੂਫ ਗੱਡੀ ਦੇ ਦਿਓ, ਬੁਲਟ ਪ੍ਰੂਫ ਮੈਂ ਜੈਕਟ ਪਾ ਲਵਾਂ, ਇੱਕ ਮੌਤ ਤੋਂ ਬਚਣ ਦੇ ਵਾਸਤੇ। ਪਰ ਜਾਣਦੇ ਆ ਜਿਨ੍ਹਾਂ ਦੀ ਆਈ ਫਿਰ ਲਾਗੋਂ ਵਾਲਿਆਂ ਨੇ ਉਹਨਾਂ ਦਾ ਕੰਮ ਕਰਨਾ, ਕਿਉਂਕਿ ਜਦੋਂ ਮੌਤ ਆ ਗਈ ਉਦੋਂ ਬਚਾਉਣਾ ਕਿਸੇ ਨੇ ਨਹੀਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਉੱਚਾ ਮਹਿਲ ਬਣਾਇਆ, ਇੰਨਾ ਜ਼ਿਆਦਾ ਪ੍ਰਬੰਧ ਕੀਤਾ, ਪਰ ਕਹਿੰਦੇ ਹੋਵੰਤ ਆ ਗਿਆ ਭਗਵਾਨ ਪੁਰਖ ਹੈ। ਗੁਰੂ ਦਾ ਹੁਕਮ ਹੋ ਗਿਆ, ਤੇਰੀ ਮੌਤ ਆ ਗਈ ਹੈ। ਕਹਿਣ ਲੱਗੇ ਨਾਨਕ ਕੀਟੀ ਸਾਸ ਅਕਰਕ ਤੇ, ਜੇ ਗੁਰੂ ਚਾਹਵੇ ਤੇ ਤੈਨੂੰ ਇੱਕ ਕੀੜੀ ਤੋਂ ਵੀ ਮਰਾ ਸਕਦਾ। ਹਾਥੀ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਕੀੜੀ ਲੜ ਜਾਵੇ ਤੇ ਉਹ ਵੀ ਧਰਤੀ ਦੇ ਉੱਪਰ ਡਿੱਗ ਪੈਂਦਾ। ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਪਾਵਨ ਗੁਰਬਾਣੀ ਦੇ ਅੰਦਰ ਵਾਰ-ਵਾਰ ਸਾਨੂੰ ਇਹੀ ਸਮਝਾਉਂਦੇ ਨੇ, ਸੱਜਣਾ ਹਰ ਜਪਦਿਆ ਖਿਲ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਜਾਪੇ ਸਾਹੂ ਆਵੇ ਕੇ ਨਾ ਆਵੇ ਰਾਮ। ਸਮਾਂ ਬਹੁਤ ਜ਼ਿਆਦਾ ਥੋੜਾ ਸਾਡੇ ਕੋਲ। ਗੁਰੂ ਸਾਹਿਬ ਜੀ ਕਿਰਪਾ ਕਰਨ ਕਿ ਅਸੀਂ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪੀਏ, ਤਾਂ ਕਿ ਸਾਡਾ ਆਇਆ ਹੋਇਆ ਸੰਸਾਰ ਦੇ ਉੱਪਰ ਸਫਲਾ ਹੋ ਸਕੇ। ਸਾਡੀ ਸਾਰੀ ਸੰਗਤ ਦੀ ਅਰਦਾਸ ਹੈ ਕਿ ਭਾਈ ਕਸ਼ਮੀਰ ਸਿੰਘ ਹੁਣਾਂ ਨੂੰ ਗੁਰੂ ਸਾਹਿਬ ਜੀ ਕਿਰਪਾ ਕਰਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿਛੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸੋ ਆਓ, ਸਮਾਂ ਸਮਾਪਤ ਹੈ। ਸਾਡੇ ਕੋਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹਜੂਰੀ ਰਾਗੀ ਪਹੁੰਚ ਚੁੱਕੇ ਹਨ। ਸੋ ਉਹਨਾਂ ਦੇ ਪਾਸੋਂ ਆਪਾਂ ਬੜੇ ਸਤਿਕਾਰ ਦੇ ਨਾਲ ਬੈਠ ਕਰਕੇ ਪਾਵਨ ਗੁਰਬਾਣੀ ਦਾ ਸ਼ਬਦ ਕੀਰਤਨ ਜਿਹੜਾ ਉਹ ਸਰਵਣ ਕਰਨਾ ਹੈ। ਦਾਸ ਦੇ ਵੱਲੋਂ ਇਤਨੀ ਵਿਚਾਰ ਕਰਦਿਆਂ ਹੋਇਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਸਾਹਿਬ ਜੀ, ਗੁਰੂ ਜੈ ਸਾਹਿਬ ਜੀ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਜੀ। ਆਗਾਮ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਇਸੇ ਤਰ੍ਹਾਂ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਸੇਵਾ ਲੈਂਦੇ ਰਹਿਣ। ਬਖਸ਼ੋ ਜੀ ਆਸੀਸ। ਸਰਬੱਤ ਸੰਗਤਾਂ ਗੱਜ ਕਰਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। गुरु की साथी देवानी सत्संग जो गुरु का नाम गुरु
ਦੇ ਨਾਲ ਬਾਣੀ ਬੋਲਿਆ ਕਰਦੇ ਸਨ। ਉਹ ਅਸੀਂ ਗੁਰੂ ਪਿਆਰੇ ਦੀ ਅੱਜ ਆਤਮਾ ਦੀ ਸ਼ਾਂਤੀ ਵਾਸਤੇ ਬਾਣੀ ਅਰਦਾਸ ਵਾਸਤੇ ਸ਼ਾਮਲ ਹੋਏ ਹਾਂ। ਆਓ ਗੁਰੂ ਪਿਆਰੇ ਭਾਈ ਨਰਿੰਦਰ ਸਿੰਘ ਜੀ ਹਜ਼ੂਰੀ ਰਾਜੀ ਦੇ ਨਾਮ ਨਾਲ ਮਹਾਰਾਜ ਕਰਦੇ ਪਾਏ ਗੁਰੂ ਪਿਆਰਾ ਭਗਵਾਨ ਦੇ ਨਾਮ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।